ਸ਼ਰਧਾ ਦੇ ਘਰ ਵਿੱਚ ਆ ਗਿਆ ਤੇ ਕਹਿਣ ਲੱਗਿਆ, ਹੇ ਨਾਨਕ, ਠੀਕ ਹੈ, ਜੋ ਮਨ ਹੈ ਇਹਨੂੰ ਬੜੀ ਕੋਸ਼ਿਸ਼ ਦੇ ਨਾਲ ਅਸੀਂ ਰੋਕਣ ਦਾ ਯਤਨ ਕਰਦੇ ਹਾਂ, ਪਰ ਇਹ ਰੁਕਦਾ ਨਹੀਂ, ਸਰੀਰ ਨੂੰ ਛੱਡ ਜਾਂਦਾ ਤੇ ਟਿਕਦਾ ਨਹੀਂ ਹੈ ਬਿਲਕੁਲ। ਇਹ ਮਨੁਆ ਖਿਨ ਨਾ ਟਿਕੇ, ਬਹੁ ਰੰਗੀ ਦਹਿ ਦੇਸ ਚੱਲ ਚੱਲ ਹਨ। ਇਹ ਤਾਂ ਬੇਅੰਤ ਰੰਗ ਖੇਡਦਾ ਹੈ, ਬੇਅੰਤ ਫੁਰਨੇ ਕਰਦਾ ਹੈ ਤੇ ਇਹ ਟਿਕਿਆ ਨਹੀਂ ਕਰਦਾ। ਕੀ ਕਿਰਪਾ ਕਰਕੇ ਆਪ ਦੱਸ ਸਕਦੇ ਹੋ? ਮਹਾਰਾਜ ਕਹਿੰਦੇ ਦੁਬਿਧਾ ਦੇ ਵਿੱਚ ਪਿਆ ਹੋਇਆ, ਇਸ ਨੂੰ ਗਿਆਨ ਨਾ ਹੋਣ ਕਰਕੇ ਇਹ ਆਪਣੀ ਚਾਲ ਚੱਲਦਾ ਹੈ, ਇਹ ਸੁਤੰਤਰ ਹੈ, ਕਿਸੇ ਦੇ ਕਾਬੂ ਨਹੀਂ ਆਉਂਦਾ। ਨਵਾਬ ਸਾਹਿਬ ਜਿਵੇਂ ਪਾਰਾ ਹਥੇਲੀ ਤੇ ਰੱਖ ਲਓ, ਉਹਨੂੰ ਉਂਗਲੀ ਦੇ ਥੱਲੇ ਲੈਣਾ ਚਾਹੋ, ਬਿਲਕੁਲ ਨਹੀਂ ਆਉਂਦਾ ਪਾਰਾ। ਸੋ ਜਦੋਂ ਇਸ ਪਾਰੇ ਨੂੰ ਮਾਰਿਆ ਜਾਏਗਾ ਤਾਂ ਔਸ਼ਧੀਆਂ ਪਾ ਕੇ ਫਿਰ ਇਹੀ ਪਾਰਾ ਦਵਾਈ ਬਣ ਜਾਂਦਾ। ਇਹ ਉਸ ਅੜੀਅਲ ਘੋੜੇ ਵਰਗਾ ਹੈ ਮਨ, ਜੋ ਕੰਡਿਆਲਾ ਪਾਉਣ ਤੋਂ ਬਗੈਰ ਬਸ ਨਹੀਂ ਆਇਆ ਕਰਦਾ, ਹੁਕਮ ਨਹੀਂ ਮੰਨਿਆ ਕਰਦਾ ਸਵਾਰ ਦਾ। ਸੋ ਇਸੇ ਤਰ੍ਹਾਂ ਜਦ ਤੱਕ ਇਸ ਮਨ ਨੂੰ ਗੁਰੂ ਦੇ ਸ਼ਬਦ ਦਾ ਕੰਡਿਆਲਾ ਨਾ ਪਵੇ, ਉਨੀ ਦੇਰ ਤੱਕ ਇਹ ਵਸ ਨਹੀਂ ਆਇਆ ਕਰਦਾ। ਇਹ ਮਨ ਚੰਚਲ ਵਸ ਨਾ ਆਵੈ, ਦੁਬਦਾ ਲਾਗਾ ਦਹਿ ਦਿਸਤਾਵੇ। ਨਾ ਕਿਤਾਬਾਂ ਪੜ੍ਹਨ ਨਾਲ ਵਸ ਆਉਂਦਾ, ਅੱਖਰ ਪੜ੍ਹ ਪੜ੍ਹ ਭੁੱਲੀਐ, ਭੇਖੀ ਬਹੁਤ ਅਵਮਾਨ। ਨਾ ਭੇਖ ਕਰਿਆ ਤੇ ਵਸ ਆਉਂਦਾ, ਜਿਹੇ ਜੇ ਜੀ ਕਰਦਾ ਭੇਸ ਧਾਰਨ ਕਰ ਲਓ। ਵਧੀਆ ਤੇ ਵਧੀਆ ਜਨੇਊ ਪਹਿਨ ਲਓ, ਟਿੱਕੇ ਲਾ ਲਓ। ਇਸਲਾਮ ਵਾਲੇ ਆਪਣੇ ਧਰਮ ਦੀ ਬਾਤ ਕਰ ਲੈਣ, ਕੁੱਲਾ ਲੈ ਲੈਣ, ਵਧੀਆ ਤੇ ਵਧੀਆ ਕੱਪੜੇ ਪਹਿਨ ਲੈਣ, ਤੇ ਸਿੱਖ ਧਰਮ ਵਾਲੇ ਆਪਣੇ ਤਰੀਕੇ ਦੇ ਨਾਲ ਕਰ ਲੈਣ, ਵਧੀਆ ਕਿਰਪਾਨ ਪਾ ਲੈਣ, ਵਧੀਆ ਚੋਲਾ ਪਾ ਲੈਣ, ਗੋਲ ਸਾਫਾ ਬੰਨ੍ਹ ਲੈਣ, ਪਰ ਮਨ ਤਾਂ ਬਸ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਆਇਆ ਕਰਦਾ, ਕਿਉਂਕਿ ਦੁਬਿਧਾ ਲੱਗਿਆ ਹੋਇਆ, ਉਹ ਬਸ ਨਹੀਂ ਆਉਂਦਾ। ਅੱਖਰ ਪੜ੍ਹ ਪੜ੍ਹ ਭੁੱਲੀ ਹੈ, ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਗੁਰਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਇਸ ਮਨ ਰਾਜੇ ਨੂੰ ਕੌਣ ਸਮਝਾ ਸਕਦਾ ਹੈ? ਨਵਾਬ ਨੇ ਬੇਨਤੀ ਕੀਤੀ, ਹੈ ਨਾਨਕ, ਕਿਰਪਾ ਕਰਕੇ ਇਹ ਤਾਂ ਦੱਸ ਕੇ ਮਨ ਕਿਵੇਂ ਟਿਕ ਸਕਦਾ। ਮਹਾਰਾਜ ਕਹਿੰਦੇ, ਪਹਿਲਾਂ ਦੇਖੋ ਨਵਾਬ ਸਾਹਿਬ, ਜੋ ਮਨ ਹੈ ਇਹ ਬੰਨਿਆ ਹੋਇਆ ਵਾਸ਼ਨਾ ਦਾ, ਵਾਸ਼ਨਾ ਕਰਕੇ ਦੌੜਦਾ, ਤੇ ਇਹ ਦੌੜਦਾ ਜਦ ਤੱਕ ਆਦਮੀ ਦੇ ਅੰਦਰ ਵਾਸ਼ਨਾ ਹੈ, ਉਹਨਾਂ ਚਿਰ ਮਨ ਨਹੀਂ ਟਿਕਿਆ ਕਰਦਾ। ਜਦ ਤੱਕ ਵਾਸ਼ਨਾ ਖੈਰ ਨਹੀਂ ਕਰਨ ਦੀ ਅਵਸਥਾ ਨਹੀਂ ਆਉਂਦੀ, ਇਸ ਮਨ ਨੇ ਨਹੀਂ ਟਿਕਣਾ, ਇਹ ਦੌੜਦਾ ਹੀ ਰਹੇਗਾ। ਕਹਿਣ ਲੱਗੇ, ਕਿਰਪਾ ਕਰਕੇ ਸਾਨੂੰ ਖੋਲ ਕੇ ਸਮਝਾਓ ਤਾਂ ਕਿ ਚੰਗੀ ਤਰ੍ਹਾਂ ਸਾਨੂੰ ਸਮਝ ਪੈ ਜਾਵੇ ਗੱਲ ਕਿ ਵਾਸ਼ਨਾ ਕੀ ਹੁੰਦੀ ਹੈ। ਮਹਾਰਾਜ ਕਹਿੰਦੇ, ਵਾਸ਼ਨਾਵਾਂ ਤਾਂ ਬੇਅੰਤ ਨੇ, 1 2 4 5 10 ਨਹੀਂ ਹੈਗੀਆਂ, ਬੇਅੰਤ ਵਾਸ਼ਨਾ ਹੈ। ਪਰ ਫੇਰ ਵੀ ਮਹਾਂਪੁਰਸ਼ਾਂ ਨੇ ਮੋਟੀਆਂ ਮੋਟੀਆਂ ਜਿਹੜੀਆਂ ਵਾਸ਼ਨਾ ਗਿਣੀਆਂ ਨੇ। ਪਹਿਲੀ ਵਾਸ਼ਨਾ ਆਦਮੀ ਨੂੰ ਸਭ ਤੋਂ ਜ਼ਿਆਦਾ ਧਨ ਕਮਾਉਣ ਦੀ ਹੁੰਦੀ ਹੈ। ਉਹ ਹਰ ਸਮੇਂ ਸੁੱਤਾ ਵੀ, ਜਾਗਦਾ ਵੀ, ਤੁਰਦਾ ਵੀ, ਖਾਂਦਾ ਵੀ, ਗੱਲਾਂ ਕਰਦਾ ਵੀ ਧਨ ਕਮਾਉਣ ਦੇ ਬਾਰੇ ਸੋਚਦਾ ਰਹੇਗਾ ਵੀ ਮੈਂ ਕਿਵੇਂ ਕਮਾਵਾਂ। ਕੋਈ ਮਿਲਾਵਟਾਂ ਕਰਕੇ ਧਨ ਕਮਾਉਣ ਦੀ ਬਾਤ ਸੋਚਦਾ, ਕੋਈ ਕਿਸੇ ਤੋਂ ਖੋਹ ਕੇ ਠੱਗੀ ਮਾਰ ਕੇ ਧਨ ਕਮਾਉਣ ਦੀ ਬਾਤ ਸੋਚਦਾ, ਕੋਈ ਕਿਸੇ ਤੋਂ ਰਿਸ਼ਵਤ ਲੈ ਕੇ ਧਨ ਕਮਾਉਣ ਦੀ ਬਾਤ ਸੋਚਦਾ ਹੈ, ਤੇ ਕੋਈ ਡਾਕਾ ਮਾਰ ਕੇ, ਕੋਈ ਬੇਈਮਾਨੀਆਂ ਕਰਕੇ, ਕੋਈ ਚੀਜ਼ਾਂ ਨੂੰ ਜ਼ਰੂਰਤ ਦੀਆਂ ਨੂੰ ਰੋਕ ਕੇ। ਸੋ ਇੱਕ ਤਰੀਕਾ ਨਹੀਂ ਹੈ, ਹਜ਼ਾਰਾਂ ਤਰੀਕਿਆਂ ਦੇ ਨਾਲ ਆਦਮੀ ਸੋਚਦਾ ਹੈ ਕਿ ਮੈਂ ਧਨ ਇਕੱਠਾ ਕਰ ਲਾਂ, ਮੇਰੇ ਕੋਲ ਧਨ ਹੋ ਜਾਵੇ ਤੇ ਮੈਂ ਜਦ ਵੀ ਜੀ ਕਰੇ ਉਸ ਵੇਲੇ ਹੀ ਮੈਂ ਖਰਚ ਕਰ ਲਾਂ, ਮੈਨੂੰ ਤੋਟ ਨਾ ਆਵੇ। ਮਹਾਰਾਜ ਕਹਿਣ ਲੱਗੇ, ਨਵਾਬ ਸਾਹਿਬ, ਜਿਸ ਨੂੰ ਧਨ ਦੀ ਵਾਸ਼ਨਾ ਹੈ ਉਹਦਾ ਮਨ 1 ਸਕਿੰਟ ਵਾਸਤੇ ਵੀ ਨਹੀਂ ਟਿਕਦਾ, ਹਰ ਗੱਲ ਦੇ ਵਿੱਚੋਂ ਧਨ ਕਮਾਉਣ ਦੀ ਬਾਤ ਸੋਚਦਾ ਹੈ। ਜੇ ਗੁਰੂ ਘਰ ਵਿੱਚ ਵੀ ਜਾਂਦਾ ਹੈ, ਉੱਥੇ ਵੀ ਸੋਚਦਾ ਹੈ ਕਿ ਜੇ ਮੈਂ ਬਾਹਰ ਦੁਕਾਨ ਲਾ ਲਾਂ ਤੇ ਇਹ ਚੀਜ਼ਾਂ ਰੱਖਣਾ ਮੇਰੀਆਂ ਬੜੀਆਂ ਵਿਕਣਗੀਆਂ। ਸੋ ਇਸੇ ਤਰ੍ਹਾਂ ਦੇ ਨਾਲ ਹਰ ਵਕਤ ਧਨ ਦੀ ਸੋਚ ਰਹਿਣ ਕਰਕੇ ਜਦੋਂ ਭਜਨ ਬੰਦਗੀ ਕਰਦਾ ਹੈ
ਉਹਦੇ ਮਨ ਦੇ ਅੰਦਰ ਘਾਸਾ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਦੇਖ ਨਵਾਬ ਸਾਹਿਬ, ਕਦੇ ਖੂਹ 'ਤੇ ਜਾ ਕੇ ਦੇਖਿਓ ਜਿੱਥੇ ਡੋਲਾਂ ਦੇ ਨਾਲ ਪਾਣੀ ਭਰਿਆ ਜਾਂਦਾ। ਕਹਿੰਦੇ ਦੇਖਿਆ। ਕਹਿੰਦੇ ਦੇਖਿਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਘਾਸੇ ਪਏ ਹੁੰਦੇ ਨੇ। ਲੱਜ ਘਾਸੇ ਪਾ ਲੈਂਦੀ ਹੈ, ਅਤੇ ਜਿਹੜੇ ਸਿਆਣੇ ਨੇ ਉਹ ਲੱਜ ਨੂੰ ਬਚਾਉਣ ਵਾਸਤੇ ਉੱਪਰ ਉੱਚੇ ਥਾਂ ਤੋਂ ਪਾਣੀ ਕੱਢਣਾ ਚਾਹੁੰਦੇ ਨੇ, ਲੇਕਿਨ ਉੱਥੇ ਨਹੀਂ ਚੱਲਦੀ, ਫੇਰ ਮੁੜ ਕੇ ਉਹਦੇ 'ਚ ਗਿਰ ਜਾਂਦੀ। ਐਸੇ ਤਰ੍ਹਾਂ ਜਦ ਮਨ ਦੇ ਅੰਦਰ ਘਾਸਾ ਪੈ ਜਾਂਦਾ ਹੈ ਤਾਂ ਭਾਵੇਂ ਭਜਨ ਕਰਦਾ ਹੈ, ਭਾਵੇਂ ਰੋਟੀ ਖਾਂਦਾ ਹੈ, ਭਾਵੇਂ ਤੁਰਿਆ ਜਾਂਦਾ, ਉਹਦੀ ਬਿਰਤੀ ਉੱਥੇ ਹੀ ਰਹਿੰਦੀ ਹੈ। ਸੋ ਇਹ ਧਨ ਦੀ ਜੋ ਵਾਸ਼ਨਾ ਹੈ ਇਹ ਜਾਂਦੀ ਨਹੀਂ। ਦੂਸਰੀ ਵਾਸ਼ਨਾ ਜੋ ਹੋਇਆ ਕਰਦੀ ਹੈ ਉਹ ਵਾਸ਼ਨਾ ਪੁੱਤਰ ਵਾਸ਼ਨਾ ਹੁੰਦੀ ਹੈ। ਪੁੱਤਰ ਨਹੀਂ ਹੋਇਆ, ਔਲਾਦ ਨਹੀਂ ਹੋਈ, ਹਰ ਵਕਤ ਸੋਚਦਾ ਰਹੇਗਾ, ਬੇਅੰਤ ਯਤਨ ਕਰੇਗਾ। ਇੱਕ ਰਾਜਾ ਨਚਕੇਤੂ ਬੜਾ ਵੱਡਾ ਰਾਜਾ ਸੀ, ਲੇਕਿਨ ਉਸਦੇ ਪੁੱਤਰ ਨਹੀਂ ਸੀ ਹੋਇਆ। ਬੜੇ ਯਤਨ ਕੀਤੇ ਉਸ, ਸੈਂਕੜਿਆਂ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਸ਼ਾਦੀਆਂ ਕਰਾਈਆਂ, ਰੋਜ਼ ਇੱਕ ਸ਼ਾਦੀ ਨਵੀਂ ਕਰਾਉਂਦਾ ਸੀ। ਹਜ਼ਾਰਾਂ ਦੀ ਤਾਦਾਦ 'ਚ ਹੋ ਗਈ, ਪਰ ਪੁੱਤਰ ਦੀ ਦਾਤ ਪ੍ਰਾਪਤ ਨਾ ਹੋਈ। ਅਖੀਰ ਉਸਨੇ ਵਸ਼ਿਸ਼ਟ ਜੀ, ਵਿਸ਼ਵਾਮਿੱਤਰ ਆਦਿ ਜੋ ਮਹਾਮੁਨੀ ਸਨ, ਨਾਰਦ ਸਭ ਦੇ ਪਾਸ ਬੇਨਤੀ ਕੀਤੀ ਕਿ ਮੈਨੂੰ ਪੁੱਤਰ ਪ੍ਰਾਪਤੀ ਹੋ ਜਾਏ। ਉਹਨਾਂ ਨੇ ਕਿਹਾ ਕਿ ਰਾਜਨ, ਤੇਰੀ ਕਿਸਮਤ ਵਿੱਚ ਪੁੱਤਰ ਲਿਖਿਆ ਨਹੀਂ ਹੈ, ਕਿਸ ਤਰ੍ਹਾਂ ਹੋ ਸਕਦੀ ਹੈ ਤੈਨੂੰ ਪੁੱਤਰ ਪ੍ਰਾਪਤੀ, ਕਿਉਂਕਿ ਤੇਰੇ ਲੇਖ ਐਸੇ ਹੀ ਨੇ। ਕਹਿਣ ਲੱਗਿਆ ਤੁਸੀਂ ਸਮਰੱਥ ਪੁਰਸ਼ ਹੋ ਮਹਾਰਾਜ, ਪਰਮੇਸ਼ਰ ਦੀ ਕੀਤੀ ਹੋਈ ਨੂੰ ਬਦਲਣ ਦੀ ਤੁਹਾਡੇ ਵਿੱਚ ਤਾਕਤ ਹੈ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਏ, ਏਕ ਸਮੇਂ ਮੋਹ ਕੋ ਗਏ ਬਾਂਧੈ, ਤਫਨ ਮੋਹ ਪੈ ਜਵਾਬ ਨਾ। ਕਹਿੰਦੇ ਪਰਮੇਸ਼ਰ ਆਪ ਕਹਿੰਦਾ ਵੀ ਮੇਰਾ ਲਿਖਿਆ ਹੋਇਆ ਮੇਰੇ ਪਿਆਰੇ ਮਿਟਾ ਦਿੰਦੇ ਨੇ, ਬਦਲ ਦਿੰਦੇ। ਸੋ ਆਪ ਕਿਰਪਾ ਕਰੋ। ਕਹਿਣ ਲੱਗੇ ਅੱਛਾ ਅਸੀਂ ਯੱਗ ਕਰਦੇ ਹਾਂ, ਪੁੱਤਰ ਤਾਂ ਤੇਰੇ ਹੋ ਜੂ, ਪਰ 9 ਸਾਲ ਦੀ ਉਮਰ ਤੋਂ ਬਾਅਦ ਚੜ੍ਹਾਈ ਕਰ। ਇਸੇ ਤਰ੍ਹਾਂ ਹੋਇਆ, ਪੁੱਤਰ ਹੋ ਗਿਆ। 9 ਸਾਲ ਦੀ ਉਮਰ ਲੰਘ ਗਈ, ਉਹਦੇ ਬਾਅਦ ਉਹ ਚੜ੍ਹਾਈ ਕਰ ਗਈ। ਇਹ ਰਾਜੇ ਨੇ ਰਾਜ ਛੱਡਤਾ, ਦਿਨ ਰਾਤ ਰੁਦਨ ਕਰਦਾ, ਟੱਕਰਾਂ ਮਾਰਦਾ। ਅਖੀਰ ਮਹਾਂਪੁਰਸ਼ਾਂ ਨੇ ਆਪਣੀ ਕਿਰਪਾ ਕਰਕੇ ਇਸ ਨੂੰ ਦਿਲਾਸਾ ਦਿੱਤਾ। ਕਿੰਨਾ ਔਖਾ ਕੀਤਾ ਇਸ ਪੁੱਤਰ ਦੀ ਵਾਸ਼ਨਾ ਨੇ। ਕਹੇ ਜੇ ਮਾੜੇ ਕੰਮ ਕਰਦਾ ਬੰਦਾ। ਇੱਕ ਵਾਰੀ ਸਾਡਾ ਦੀਵਾਨ ਲੱਗਿਆ ਹੋਇਆ, ਉੱਥੇ ਦੀਵਾਨ 'ਚ ਰੌਲਾ ਪੈ ਗਿਆ। ਪੁੱਛਿਆ ਵੀ ਕੀ ਗੱਲ ਹੈ ਭਾਈ, ਰੌਲਾ ਕਾਹਦਾ ਪੈ ਗਿਆ? ਕਹਿੰਦੇ ਮਹਾਰਾਜ ਆਹ ਹੁਣੇ ਹੀ ਇੱਕ ਬੱਚਾ ਖੇਲਦਾ ਸੀ ਇਹਨਾਂ ਦਾ, ਉਹ ਦੇਖਦੇ ਦੇਖਦੇ ਗਾਇਬ ਹੋ ਗਿਆ, ਪਤਾ ਨਹੀਂ ਚੱਲਦਾ ਕਿੱਥੇ ਚਲਿਆ ਗਿਆ। ਕਿਹਾ ਵੀ ਹਾਲੇ ਕਿੰਨੀ ਦੇਰ ਹੋ ਗਈ? ਕਹਿੰਦੇ ਥੋੜਾ ਹੀ ਟਾਈਮ ਹੋਇਆ। ਸਿੰਘਾਂ ਨੂੰ ਉਠਾਲਤਾ ਵੀ ਦੂਰ ਦੂਰ ਥਾਈਂ ਘੇਰਾ ਪਾ ਲਓ, ਜਾਣ ਨਾ ਦਿਓ, ਸਭ ਪਾਸੇ ਨਾਕੇਬੰਦੀ ਕਰ। ਤੇ ਖੇਤ ਵਗੈਰਾ ਦੇਖਦੇ ਹੋਏ ਘਰਾਂ ਦੀ ਤਲਾਸ਼ੀ ਲਓ। ਕੀ ਦੇਖਦੇ ਨੇ? ਜਿਹੜਾ ਨਾਲ ਦੇ ਘਰ ਵਾਲਾ ਸੀ, ਉੱਥੇ ਇੱਕ ਜਟਾਵਾਂ ਵਾਲੀ ਮਾਈ ਬੈਠੀ ਹੈ, ਤੇ ਉੱਥੇ ਚਲੇ ਗਏ। ਅੰਦਰ ਕੀ ਦੇਖਿਆ? ਬੱਚੇ ਦਾ ਮੂੰਹ ਬੰਨਿਆ ਹੋਇਆ, ਲੀਰ ਦਿੱਤੀ ਹੋਈ ਹੈ, ਤੇ ਬੱਚਾ ਲੁਕੋ ਕੇ ਥੱਲੇ ਸਿੱਟਿਆ ਹੋਇਆ। ਫੜ ਲਿਆ ਤੇ ਉਸ ਬੁੜੀ ਨੂੰ ਜਦ ਕੁੱਟਿਆ, ਦੱਸਦਾ ਕਿ ਮੈਂ ਹੀ ਕਿਹਾ ਸੀ ਕਿ ਤੁਹਾਡੇ ਪੁੱਤਰ ਤਾਂ ਹੋਏਗਾ ਜੇ ਤੁਸੀਂ ਉਹ ਪੁੱਤਰ ਉਹਦਾ ਚੱਕ ਲਿਆਓ, ਤੇ ਫਿਰ ਮੈਂ ਇਹਦਾ ਗਲ ਵੱਢਾਂਗੀ, ਮੰਤਰ ਪੜਾਂਗੀ ਤੇ ਖੂਨ ਦਾ ਪਿਆਲਾ ਭਰ ਕੇ ਛੰਨਾ ਭਰਾਂਗੀ। ਤੁਸੀਂ ਕਮਾਦ ਵਿੱਚ ਜਾ ਕੇ ਇਸ਼ਨਾਨ ਕਰ ਲੈਣਾ, ਫਿਰ ਇਹਦੇ ਪੁੱਤਰ ਹੋਏ। ਕਿੱਥੇ ਤੱਕ ਚਲਿਆ ਗਿਆ ਆਦਮੀ, ਕਿੰਨਾ ਮਾੜਾ ਕੰਮ ਕਰਦਾ, ਪੁੱਤਰ ਵਾਸ਼ਨਾ ਦਾ ਬੰਨਿਆ ਹੋਇਆ। ਸੋ ਤੀਸਰੀ ਵਾਸ਼ਨਾ ਜੋ ਹੋਇਆ ਕਰਦੀ ਹੈ ਉਹ ਲੋਕ ਵਾਸ਼ਨਾ ਹੋਇਆ ਕਰਦੀ ਹੈ, ਵੀ ਲੋਕ ਮੈਨੂੰ ਚੰਗਾ ਕਹਿਣ, ਮੈਨੂੰ ਕੋਈ ਮਾੜਾ ਨਾ ਕਹੇ। ਇਹਦੇ ਵਾਸਤੇ ਕੀ ਹੁੰਦਾ? ਸ਼ਾਦੀ ਆ ਗਈ ਲੜਕੀ ਦੀ, ਲੜਕੇ ਦੀ ਤਾਕਤ ਹੈ ਨਹੀਂ, ਤੇ ਦੇਖਦਾ ਹੈ ਕਿ ਫਲਾਣੇ ਨੇ ਐਡਾ ਬੜਾ ਵਿਆਹ ਕਰਿਆ ਸੀ, ਪਿੰਡ ਨੂੰ ਰੋਟੀ ਦਿੱਤੀ, ਇੰਨੀ ਬੜੀ ਫੀਸਟ ਕੀਤੀ, ਇੰਨੇ ਬੜੇ ਲੋਕਾਂ ਨੂੰ ਇਨਵਾਈਟ ਕੀਤਾ, ਸੋ ਐਡਾ ਬੜਾ ਜਸ਼ਨ ਕੀਤਾ, ਮੈਂ ਉਸ ਤੋਂ ਵੱਧ ਕਰਾਂ। ਪੈਸੇ ਉਧਾਰੇ ਮੰਗਦਾ, ਜਿੰਨੇ ਕੋਲ ਨੇ ਸਾਰੇ ਲਾਉਂਦਾ। ਨਤੀਜਾ ਕੀ ਹੁੰਦਾ? ਕਰਜ਼ੇ ਥੱਲੇ ਆ ਜਾਂਦਾ। ਲੇਕਿਨ ਵਾਸ਼ਨਾ ਫਿਰ ਵੀ ਪੂਰੀ ਨਾ ਹੋਈ। ਲੋਕ ਕਹਿੰਦੇ ਕਰਜ਼ਾ ਲੈ ਕੇ ਲਾਤਾ। ਕਰਜ਼ੇ ਵਾਲੇ ਆਉਂਦੇ ਨੇ, ਬੜੀ ਨਮੋਸ਼ੀ ਉਠਾਉਣੀ ਪੈਂਦੀ ਹੈ ਜਦ ਪੈਸਾ ਲੈਣ ਆਉਂਦੇ। ਆਮ ਆਦਮੀ ਦੀ ਬਾਤ ਛੱਡੋ, ਵੱਡੇ ਤੋਂ ਵੱਡੇ ਵੀ ਜਿਹੜੇ ਹੋਏ ਨੇ ਮਹਾਂਪੁਰਸ਼, ਉਹਨਾਂ ਨਾਲ ਵੀ ਇਹ ਵਾਸ਼ਨਾ ਉਹਨਾਂ ਨੂੰ ਵੀ ਤੰਗ ਕਰਦੀ ਰਹੀ ਹੈ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਜਦੋਂ ਲੰਕਾ ਦਾ ਯੁੱਧ ਸਮਾਪਤ ਕਰਕੇ ਅਯੁੱਧਿਆ ਪਹੁੰਚੇ, ਉਸ ਵੇਲੇ
ਆਪ ਜੀ ਨੇ ਅਗਨ ਪ੍ਰੀਖਿਆ ਲਈ ਸੀਤਾ ਜੀ ਦੀ। ਸਾਰਿਆਂ ਦੇ ਸਾਹਮਣੇ ਅਗਨ ਪ੍ਰੀਖਿਆ ਲੈਣ ਤੋਂ ਬਾਅਦ ਉਹਨੂੰ ਮਹਿਲਾਂ 'ਚ ਦਾਖਲ ਕੀਤਾ ਗਿਆ, ਕਿਉਂਕਿ ਉਹ 9 ਮਹੀਨੇ ਰਾਵਣ ਦੇ ਬਾਗ ਵਿੱਚ ਰਹੀ ਸੀ, ਬੰਧੂਆ ਹੋ ਕੇ ਰਹੀ ਸੀ। ਸੋ ਉਸ ਵੇਲੇ ਜਦੋਂ ਆਰਾਮ ਨਾਲ ਰਹਿਣ ਲੱਗ ਗਏ ਤਾਂ ਉਸ ਵੇਲੇ ਵੀਰ ਯਾਤਰਾ ਕਰਦੇ ਹੋਏ ਸ਼੍ਰੀ ਰਾਮਚੰਦਰ ਆਪਣੀ ਰਿਆਇਆ ਨੂੰ ਦੇਖਦੇ ਹੋਏ ਸ਼ਹਿਰ 'ਚ ਘੁੰਮ ਰਹੇ ਨੇ ਤਾਂ ਕੀ ਦੇਖਦੇ ਨੇ, ਇੱਕ ਘਰ ਦੇ ਅੰਗੇ ਬਾਹਰ ਬੜਾ ਭਾਰਾ ਝਗੜਾ ਹੋ ਰਿਹਾ। ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਤੇ ਇੱਕ ਪੁਰਸ਼ ਇੱਕ ਬੀਬੀ ਨੂੰ ਬਹੁਤ ਬੁਰੀਆਂ ਬਾਤਾਂ ਕਹਿ ਰਹੇ। ਇਹ ਵੀ ਚਲੇ ਗਏ, ਕਹਿਣ ਲੱਗੇ, ਪ੍ਰੇਮੀਆਂ ਕੀ ਮਾਜਰਾ ਹੈ, ਤੂੰ ਇਸ ਨੂੰ ਇੰਨਾ ਗਾਲਾਂ ਕੱਢਦਾ? ਕਹਿੰਦਾ, ਮਹਾਰਾਜ ਮਾਜਰਾ ਕਾਹਦਾ ਹੈ, ਇਹ ਆਪਣੇ ਪੇਕਿਆਂ ਨੂੰ ਮੇਰੇ ਬਿਨਾਂ ਪੁੱਛੇ ਚਲੀ। ਕਹਿਣ ਲੱਗੀ, ਮਹਾਰਾਜ ਮੈਨੂੰ ਖਬਰ ਆਈ ਸੀ ਕਿ ਮੇਰਾ ਪਿਤਾ ਬਹੁਤ ਬਿਮਾਰ ਹੈ, ਇਹਦਾ ਧੋਬ ਘਾਟ ਮੇਰੇ ਪੇਕਿਆਂ ਨਾਲੋਂ ਦੂਰ ਸੀ ਤੇ ਮੈਂ ਇਹ ਸਮਝਿਆ ਕਿ ਮੈਂ ਹੁਣੇ ਹੀ ਚਲੀ ਜਾਵਾਂ ਤੇ ਮੈਂ ਸ਼ਾਮ ਨੂੰ ਵਾਪਸ ਆ ਜਾਵਾਂਗੀ ਪਿਤਾ ਦੀ ਖਬਰ ਲੈ ਕੇ। ਸੋ ਮੈਂ ਕੋਈ ਗੁਨਾਹ ਨਹੀਂ ਕੀਤਾ, ਮੈਂ ਕਿਤੇ ਰਾਤ ਨਹੀਂ ਰਹੀ, ਜਾਣ ਆਉਣ ਦਾ ਹੀ ਫਾਸਲਾ ਕੱਢ ਲਓ, ਮੈਂ 2-4 ਮਿੰਟ ਉੱਥੇ ਰਹੀ ਹਾਂ, ਬੰਦਾ ਭੇਜ ਕੇ ਪਤਾ ਕਰ ਲਓ, ਮੈਂ ਕੋਈ ਮਾੜੀ ਗੱਲ ਨਹੀਂ ਕੀਤੀ ਤੇ ਇਹ ਮੈਨੂੰ ਅੰਦਰ ਨਹੀਂ ਵੜਨ ਦਿੰਦਾ। ਉਹ ਕਹਿੰਦੇ, ਪ੍ਰੇਮੀਆਂ ਇਹਨੇ ਤਾਂ ਕੋਈ ਕਸੂਰ ਨਹੀਂ ਕੀਤਾ, ਤੂੰ ਇਹਨੂੰ ਕਿਉਂ ਰੋਕ ਰਹੀ? ਕਹਿਣ ਲੱਗਾ, ਵਾਹ ਬਈ ਵਾਹ, ਤੂੰ ਮੈਨੂੰ ਰਾਮਚੰਦਰ ਸਮਝ ਲਿਆ, 9 ਮਹੀਨੇ ਸੀਤਾ ਉੱਥੇ ਰਹਿ ਗਈ ਤੇ ਘਰ ਵਾੜ ਲਿਆ, ਜਾ ਇਹ ਕਿਸੇ ਨੂੰ ਹੋਰ ਮੱਤ ਦੇ। ਸਾਰੇ ਲੋਕ ਹੱਸ ਪਏ, ਦੇਖਿਆ ਵੀ ਲੋਕ ਰਾਏ ਇਸ ਦੇ ਹੱਕ ਵਿੱਚ ਨਹੀਂ ਹੈ। ਦਰਬਾਰ ਲਾ ਲਿਆ, ਉਸ ਵੇਲੇ ਪੁੱਛਿਆ, ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਰਾਏ ਆ, ਸਾਰੇ ਚੁੱਪ ਕਰ ਗਏ ਤੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ, ਲੋਕ ਵਾਸ਼ਨਾ ਕਰਕੇ ਜੰਗਲਾਂ 'ਚ ਭੇਜ ਦਿੱਤਾ। ਤਕਲੀਫਾਂ ਉਠਾਈਆਂ ਉਸਨੇ ਤੇ ਜਦੋਂ ਰਾਜ ਭਾਗ ਕਰ ਰਹੇ ਨੇ ਉਸ ਵੇਲੇ ਆਪ ਇੱਕ ਐਸੇ ਥਾਂ ਦੇ ਉੱਤੇ ਪਹੁੰਚ ਗਏ ਜਿੱਥੇ ਆਪ ਨੂੰ ਪਿਆਸ ਲੱਗੀ। ਲਛਮਣ ਜੀ ਨਾਲ ਨੇ ਤੇ ਉੱਥੇ ਆਪ ਨੇ ਪਾਣੀ ਮੰਗਿਆ ਤਾਂ ਉਹ ਕਿਸਾਨ ਹਲ ਚਲਾ ਰਿਹਾ ਸੀ ਤੇ ਉਹਨੇ ਆਪਣਾ ਬਰਤਨ ਲਿਆ ਕੇ ਖੂਹ 'ਚੋਂ ਪਾਣੀ ਕੱਢਿਆ ਤੇ ਇਹਨਾਂ ਨੂੰ ਪਿਲਾਇਆ। ਪਾਣੀ ਪੀ ਕੇ ਦਰਖਤ ਥੱਲੇ ਬੈਠੇ ਨੇ ਤੇ ਉਹਨਾਂ ਨੇ ਦੇਖਿਆ ਕਿਸਾਨ ਨੂੰ ਤੇ ਸਵਾਲ ਕੀਤਾ, ਕਹਿੰਦੇ, ਐ ਕਿਸਾਨ, ਗਰਮੀ ਦਾ ਮਹੀਨਾ, ਅਸੀਂ ਹੈਰਾਨ ਹੈ ਤਾਂ ਗੋਡਿਆਂ ਗੋਡਿਆਂ ਤੱਕ ਬੂਟ ਪਾਏ ਨੇ ਤੇ ਉੱਤੇ ਤਾਰਾਂ ਦਾ ਕੋਟ ਲਿਆ ਹੋਇਆ ਤੇ ਸਿਰ ਦੇ ਉੱਤੇ ਬੜਾ ਲੰਮਾ ਚੌੜਾ ਟੋਪ ਲਿਆ ਹੈ, ਇਸੇ ਤਰ੍ਹਾਂ ਤੂੰ ਬਲਦਾਂ ਦੇ ਗੋਡਿਆਂ ਤੱਕ ਚਮੜਾ ਵਲੇਟਿਆ ਤੇ ਇਹਨਾਂ ਦੇ ਉੱਤੇ ਲੋਹੇ ਦਾ ਝੁੱਲ ਪਾਇਆ ਹੋਇਆ, ਇਹ ਕੀ ਕਾਰਨ ਹੈ? ਕਹਿਣ ਲੱਗੇ, ਮਹਾਰਾਜ ਇੱਥੇ 2 ਐਸੇ ਜਾਨਵਰ ਰਹਿੰਦੇ ਨੇ, ਇੱਕ ਤਾਂ ਪੰਛੀ ਹੈ ਤੇ ਇੱਕ ਬਿੱਛੂ ਹੈ। ਉਹ ਬਿੱਛੂ ਇਹੋ ਜਿਹਾ ਡੰਗ ਮਾਰਦਾ ਕਿ ਡੰਗ ਲੱਗਦੀ ਸਾਰਾ ਆਦਮੀ ਮਰ ਜਾਂਦਾ। ਸੋ ਉਸ ਤੋਂ ਬਚਣ ਵਾਸਤੇ ਅਸੀਂ ਇਹ ਫੁੱਟਲਸ ਵਗੈਰਾ ਪਾਏ ਨੇ, ਬੂਟ ਵੱਡੇ ਪਾਏ ਨੇ। ਕਹਿੰਦੇ, ਫੇਰ ਇਹ ਝੁੱਲ ਦਿੱਤਾ ਹੈ, ਤੈਂ ਟੋਪ ਲਿਆ, ਕੋਟ ਲਿਆ। ਕਹਿੰਦੇ, ਮਹਾਰਾਜ ਉਹ ਜਾਨਵਰ ਐਸਾ ਭਿਆਨਕ ਹੈ, ਉਹ ਜਦੋਂ ਚੁੰਝ ਮਾਰਦਾ ਮਾਸ ਕੱਢ ਕੇ ਲੈ ਜਾਂਦਾ। ਸੋ ਉਸ ਤੋਂ ਬਚਣ ਵਾਸਤੇ ਅਸੀਂ ਇਹ ਲੋਹੇ ਤਾਰਾਂ ਦਾ ਝੁੱਲ ਬਲਦਾਂ 'ਤੇ ਪਾ ਦਿੱਤਾ, ਅਸੀਂ ਵੀ ਇਵੇਂ ਜਿਵੇਂ ਤਾਰਾਂ ਦਾ ਕੋਟ ਪਹਿਨ ਲਿਆ। ਸ਼੍ਰੀ ਰਾਮਚੰਦਰ ਕਹਿਣ ਲੱਗੇ, ਪ੍ਰੇਮੀਆਂ ਇੰਨੀ ਜ਼ਮੀਨ ਪਈ ਹੈ, ਤੂੰ ਕਿਉਂ ਨਹੀਂ ਜ਼ਮੀਨ ਬਦਲ ਲੈਂਦਾ? ਕਹਿਣ ਲੱਗਿਆ, ਵਾਹ ਮਹਾਰਾਜ ਵਾਹ, ਇਹ ਮਤ ਕਿਸੇ ਹੋਰ ਨੂੰ ਦਿਓ, ਆਪਣੀ ਜ਼ਮੀਨ ਤੇ ਆਪਣੀ ਜਨਾਨੀ ਨੂੰ ਭਾਵੇਂ ਕਿੰਨੀ ਉਹ ਖਰਾਬ ਹੋਵੇ ਕਦੇ ਬੰਦਾ ਨਹੀਂ ਛੱਡਦਾ। ਸ਼੍ਰੀ ਰਾਮਚੰਦਰ ਜੀ ਨੇ ਲਛਮਣ ਵੱਲ ਦੇਖਿਆ, ਕਹਿਣ ਲੱਗੇ, ਕਿਉਂ ਲਛਮਣ? ਉਹ ਛੱਡੀ ਸੀ ਇਸ ਵਾਸਤੇ ਕਿ ਲੋਕ ਕਹਿੰਦੇ ਸੀ ਵੀ ਉਹਨੂੰ ਘਰ ਵਾੜ ਲਿਆ, ਤੇ ਇਹ ਪ੍ਰੇਮੀ ਦੀ ਗੱਲ ਸੁਣੀ ਹੈ ਕਿ ਕੋਈ ਬੰਦਾ ਆਪਣੀ ਜ਼ਮੀਨ ਤੇ ਆਪਣੀ ਇਸਤਰੀ ਭਾਵੇਂ ਕਿੰਨੀ ਮਾੜੀ ਹੋਵੇ ਨਹੀਂ ਛੱਡਦਾ। ਸੀਤਾ ਤਾਂ ਮਾੜੀ ਨਹੀਂ ਸੀ। ਸੋ ਇਸ ਤਰ੍ਹਾਂ ਲੋਕ ਵਾਸ਼ਨਾ ਜੋ ਹੈ ਇਹ ਆਦਮੀ ਨੂੰ ਹਰ ਵਕਤ ਤੰਗ ਕਰਦੀ ਹੈ। ਤੀਸਰੀ ਸ਼ਾਸਤਰ ਵਾਸ਼ਨਾ ਹੋਇਆ ਕਰਦੀ, ਕਿਤਾਬਾਂ ਪੜ੍ਹੀ ਜਾਣੀਆਂ, ਫਿਰ ਕੋਟੇਸ਼ਨਾਂ ਨੋਟ ਕਰੀ ਜਾਣੀਆਂ, ਫਿਰ ਸੁਣਾਉਣੀਆਂ। 2 ਤਰ੍ਹਾਂ ਨਾਲ ਕਿਤਾਬ ਪੜ੍ਹੀ ਜਾਂਦੀ ਹੈ। ਇੱਕ ਤਾਂ ਆਪਣੇ ਆਪ ਦੀ ਸੁਧਾਈ ਕਰਨ ਵਾਸਤੇ ਪੜ੍ਹੀ ਜਾਂਦੀ ਹੈ ਕਿ ਮੈਂ ਇਸ ਤੋਂ ਕੋਈ ਲਾਹਾ ਪ੍ਰਾਪਤ ਕਰਾਂ। ਸਤਪੁਰਸ਼ ਦੀ ਪੁਸਤਕ ਹੈ, ਕਿਸੇ ਅਨੁਭਵੀ ਮਹਾਂਪੁਰਸ਼ ਦੀ ਪੁਸਤਕ ਹੈ, ਕਿਉਂਕਿ ਪੁਸਤਕ ਪੜ੍ਹਨ ਤੋਂ ਪਹਿਲਾਂ ਦੇਖਣਾ ਪੈਂਦਾ ਵੀ ਲਿਖਣ ਵਾਲਾ ਕੌਣ ਹੈ, ਸਧਾਰਨ ਬੰਦਾ ਹੈ ਜਾਂ ਕੋਈ ਤੱਤਵੇਤਾ ਮਹਾਂਪੁਰਸ਼ ਹੈ। ਗੁਰੂ ਗ੍ਰੰਥ ਸਾਹਿਬ ਨੇ ਤੁਰਕੀ ਬਾਣੀ ਹੈ, ਵੇਦ ਨੇ ਤੁਰਕੀ ਬਾਣੀ ਹੈ, ਕੁਰਾਨ ਸ਼ਰੀਫ ਹੈ, ਬਹੁਤ ਵਧੀਆ ਚੀਜ਼ ਹੈ, ਬਾਈਬਲ ਹੈ, ਬਹੁਤ ਸੋਹਣੀ ਚੀਜ਼ ਹੈ।
ਸੋ ਇੱਕ ਤਾਂ ਇਹ ਹੁੰਦਾ ਕਿ ਮੈਂ ਪੜ੍ਹ ਕੇ ਦੇਖਾਂ ਵੀ ਮੇਰੇ 'ਚ ਕਿਹੜੇ ਕਿਹੜੇ ਨੁਕਸ ਨੇ, ਮੈਂ ਦੂਰ ਕਰਾਂ। ਇੱਕ ਇਹ ਹੁੰਦਾ ਕਿ ਪੜ੍ਹ ਲਾਂ ਅਤੇ ਨੋਟ ਕਰ ਲਾਂ। ਜੀਵਨ ਉੱਥੇ ਦਾ ਉੱਥੇ ਰਹਿੰਦਾ, ਬਦਲਾਉਂਦਾ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਸ਼ਾਸਤਰ ਪੜ੍ਹੀ ਜਾਣੀਆਂ ਕਿਤਾਬਾਂ, ਲਾਇਬ੍ਰੇਰੀਆਂ ਮੁਕਾ ਦੇਣੀਆਂ, ਇਹਨੂੰ ਸ਼ਾਸਤਰ ਵਾਸਨਾ ਕਹਿੰਦੇ। ਇਹ ਨਾਰਦ ਜੀ ਨੂੰ ਸੀ, ਹਰ ਵਕਤ ਕਿਤਾਬਾਂ ਲੱਦ ਕੇ ਰੱਖਦਾ ਸੀ। ਘੋੜੇ ਨਾਲ ਰੱਖਣੇ, ਉਹਨਾਂ ਦੀਆਂ ਖੁਰਜੀਆਂ 'ਚ ਕਿਤਾਬਾਂ, ਗੱਡੇ ਨਾਲ ਰੱਖਣੇ, ਕਿਤਾਬਾਂ ਹੀ ਕਿਤਾਬਾਂ। ਅਖੀਰ ਇੱਕ ਦਿਨ ਦਰਵਾਸਾ ਰਿਸ਼ੀ ਜੀ ਦੇ ਕੋਲ ਆਇਆ, ਕਹਿਣ ਲੱਗੇ, ਦੂਰੋਂ ਦੇਖਿਆ, ਕਹਿਣ ਲੱਗੇ ਮਹਾਰਾਜ ਕੌਣ ਆ ਰਿਹਾ? ਕਹਿੰਦੇ ਗਧਾ ਆ ਰਿਹਾ, ਗਧਾ। ਨਾਰਦ ਨੇ ਸੁਣ ਲਿਆ, ਆ ਕੇ ਪ੍ਰੋਟੈਸਟ ਕੀਤਾ ਕਿ ਮਹਾਰਾਜ ਤੁਸੀਂ ਮੈਨੂੰ ਗਧਾ ਕਿਹਾ। ਕਹਿੰਦੇ ਹੋਰ ਕੀ ਹੈ ਤੂੰ, ਕਿੰਨਾ ਬੋਝ ਤੈਂ ਲੱਦ ਲਿਆ ਆਪਣੇ ਉੱਤੇ, ਤੇ ਤੱਤ ਦੀ ਬਾਤ ਤੂੰ ਫੜੀ ਨਹੀਂ। ਗੱਲ ਤਾਂ ਇੱਕ ਹੈ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਐ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਨਾਨਕ ਦੇਖੇ ਇੱਕ ਗੱਲ, ਹੋਰ ਹਉਮੈ ਝਗਣਾ। ਨਾਰਦ ਜੋ ਦੁਆਇਤ ਹੈ, ਇਸ ਨੂੰ ਦੂਰ ਕਰਨ ਵਾਸਤੇ ਪੁਸਤਕ ਦੀ ਮਦਦ ਲਈਦੀ ਹੈ। ਇੰਨੀਆਂ ਕਿਤਾਬਾਂ ਪੜ੍ਹੀ ਜਾਂਦਾ, ਦੱਸ ਅਸਲੀ ਗੱਲ ਤਾਂ ਲਾਂਭੇ ਰਹਿ ਗਈ, ਇਹਨੂੰ ਕੀ ਕਰੇਗਾ? ਤੇ ਸ਼ਾਸਤਰ ਵਾਸ਼ਨਾ ਤੋਂ ਹਟਾਇਆ ਮਹਾਂਪੁਰਸ਼ਾਂ। ਤੇ ਉਦੋਂ ਗਾਹਾਂ ਅਨੁਸ਼ਠਾਨ ਵਾਸ਼ਨਾ ਸਾਧੂਆਂ 'ਚ ਹੁੰਦੀ ਹੈ। ਨਾਮ ਜਪਣ ਵਾਲੇ ਜਿਹੜੇ ਭੇਖਧਾਰੀ ਹੁੰਦੇ ਨੇ ਉਹਨਾਂ 'ਚ ਹੁੰਦੀ ਹੈ। ਸਾਧੂ ਬਣਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਮੰਤਰ ਸਿੱਧ ਕਰਦੇ ਨੇ, ਕਾਲੀ ਵਿਦਿਆ ਸਿੱਧ ਕਰਦੇ ਨੇ, ਬੇਅੰਤ ਕਿਸਮ ਦੀਆਂ ਬਾਤਾਂ ਕਰਦੇ ਨੇ, ਮਾੜੀਆਂ ਗੱਲਾਂ ਕਰਦੇ ਨੇ ਤੇ ਮੰਤਰ ਸਿੱਧ ਕਰਕੇ ਲੋਕਾਂ ਦਾ ਕੰਮ ਕਰਦੇ ਨੇ। ਵੀ ਲੋਕ ਆਉਣ ਸਾਡੇ ਪਾਸ, ਕਹਿਣ ਵੀ ਇਹ ਤਾਂ ਬੜੇ ਸ਼ਕਤੀ ਵਾਲੇ ਮਹਾਤਮਾ ਨੇ, ਪੇਟਾ ਚਾੜਨ ਤੇ ਅਸੀਂ ਆਪਣੇ ਗੁਲਸ਼ਰੇ ਉਡਾਈਏ। ਸੋ ਇਹ ਅਨੁਸ਼ਠਾਨ ਵਾਸ਼ਨਾ ਵੀ ਆਦਮੀ ਨੂੰ ਕਿਸੇ ਕਿਨਾਰੇ ਨਹੀਂ ਲੱਗਣ ਦਿੰਦੀ। ਇਸੇ ਤਰ੍ਹਾਂ ਫਿਰ ਭੋਗ ਵਾਸ਼ਨਾ ਹੋਇਆ ਕਰਦੀ। ਭੋਗ ਵਾਸ਼ਨਾ ਸਾਰਿਆਂ ਨੂੰ ਮਾਰ ਲੈਂਦੀ ਹੈ। ਇੰਦਰ, ਆਪਣੇ ਇੰਦਰਪੁਰੀ ਦਾ ਬਾਦਸ਼ਾਹ, ਜਿਸ ਦੇ ਦਰਬਾਰ ਦੇ ਅੰਦਰ ਪਛਰਾਵਾਂ ਬੇਅੰਤ ਨੇ, ਕਿੰਨਰ ਤੇ ਗੰਧਰਵ ਗਾਉਣ ਵਾਲੇ ਨੇ, ਸਾਜ਼ ਵਜਾਉਣ ਵਾਲੇ, ਸਾਜ਼ਾਂ ਦਾ ਕੋਈ ਅੰਤ ਨਹੀਂ, ਰੂਪ ਦਾ ਕੋਈ ਅੰਤ ਨਹੀਂ। ਪਰ ਫਿਰ ਵੀ ਵਾਸ਼ਨਾ ਨਾ ਭਰੀ ਤੇ ਉਸ ਨੂੰ ਗੌਤਮ ਤਪਾ ਹਾਲਿਆ ਇਸਤਰੀ, ਤਿਸ ਦੇਖ ਇੰਦਰ ਲਵਾਣਾ, ਸਹਿ ਸਰੀਰ ਚੈਨ ਭਗ ਹੋਏ, ਤਾਵਨ ਪਛੋਤਾਣ। ਕਿੱਥੇ ਆ ਗਿਆ? ਗੌਤਮ ਰਿਸ਼ੀ ਦੀ ਇਸਤਰੀ ਅਹਲਿਆ ਦੇ ਪਾਸ ਆ ਗਈ, ਕਾਮ ਦਾ ਬੰਨਿਆ ਹੋਇਆ, ਕਾਮ ਵਾਸ਼ਨਾ ਦਾ। ਸੋ ਇਸੇ ਤਰ੍ਹਾਂ ਭੋਗ ਵਾਸ਼ਨਾ, ਮਛੰਦਰ ਜੋ ਗੋਰਖਨਾਥ ਦਾ ਗੁਰੂ ਸੀ, ਉਹਦਾ ਸੇਵਕ ਸੀ ਲੰਕਾ ਦਾ ਰਾਜਾ, ਜਿਸ ਦਾ ਨਾਮ ਅਮਰੂ ਸੀ। ਤੇ ਇਹ ਉੱਥੇ ਗਿਆ ਹੋਇਆ ਸੀ ਤੇ ਬੜਾ ਰਾਜ ਮਹਿਲਾਂ ਦੇ ਅੰਦਰ ਇਹਦਾ ਆਉਣਾ ਜਾਣਾ ਸੀ। ਰਾਜਾ ਬੜਾ ਇਹਨਾਂ ਦਾ ਸ਼ਰਧਾਲੂ ਸੀ। ਰਾਣੀਆਂ ਬਹੁਤ ਸੁੰਦਰ, ਪਦਮਨੀ ਰਾਣੀਆਂ ਉਸ ਦੀਆਂ ਇਹਦੀ ਸੇਵਾ ਕਰਨ ਆਇਆ ਕਰਦੀਆਂ ਸੀ। ਤੇ ਜਦੋਂ ਰਾਜਾ ਮਰ ਗਿਆ ਤੇ ਰਾਣੀਆਂ ਨੇ ਵਿਲਾਪ ਸ਼ੁਰੂ ਕਰਤਾ। ਇਸ ਦੇ ਮਨ ਵਿੱਚ ਕੀ ਆਈ? ਭੋਗ ਇੱਛਾ ਜਾਗ ਪਈ। ਇਸ ਨੇ ਆਪਣਾ ਸਰੀਰ ਇੱਕ ਕੰਦਰਾ 'ਚ ਲਗਾ ਕੇ ਆਪਣੇ ਜੀਵਾਤਮਾ ਨੂੰ ਕੱਢ ਕੇ ਉਸ ਰਾਜੇ ਅਮਰੂ ਦੇ ਸਰੀਰ ਵਿੱਚ ਪ੍ਰਵੇਸ਼ ਕਰਾਤਾ। ਉਹ ਤੋਂ ਬਾਅਦ ਕਹਿੰਦੇ ਰਾਜਾ ਜਿਉਂਦਾ ਹੋ ਗਿਆ। 14 ਸਾਲ ਰਾਣੀਆਂ ਭੋਗਦਾ ਰਿਹਾ ਤੇ ਇੱਧਰ ਗੋਰਖਨਾਥ ਬਾਲ ਗੰਧਾਈ ਮਹਾਂਪੁਰਸ਼ ਨੂੰ ਮਿਲਿਆ। ਬਹਿਸ ਚੱਲ ਪਈ ਆਪਸ ਵਿੱਚ, ਚਰਚਾ ਚੱਲ ਪਈ ਤੇ ਉਸਨੇ ਕਿਹਾ, ਗੋਰਖਨਾਥ ਤੂੰ ਕੀ ਮੇਰੇ ਨਾਲ ਗੱਲ ਕਰ ਸਕਦਾ? ਤੇਰਾ ਤਾਂ ਗੁਰੂ ਕਾਮਨੀਆਂ ਭੋਗ ਰਿਹਾ ਲੰਕਾ ਦੇ ਅੰਦਰ, ਜਾਂ ਪਹਿਲਾਂ ਉਹਨੂੰ ਛਡਾ। ਇਹ ਗੋਰਖਨਾਥ ਨੇ ਜਾ ਕੇ ਆਪਣੇ ਗੁਰੂ ਨੂੰ ਇਸ ਵਾਸ਼ਨਾ ਤੋਂ ਛਡਾਇਆ। ਸੋ ਮਹਾਰਾਜ ਕਹਿੰਦੇ, ਨਵਾਬ ਸਾਹਿਬ, ਇਹ ਮਨ ਜਿਹੜਾ ਹੈ ਇਹ ਟਿਕਿਆ ਨਹੀਂ ਕਰਦਾ ਜਦ ਤੱਕ ਵਾਸ਼ਨਾ। ਧਨ ਦੀ ਵਾਸ਼ਨਾ ਕਿਵੇਂ ਮਿਟਦੀ ਹੈ? ਕਹਿੰਦੇ ਧਨ ਦੀ ਵਾਸ਼ਨਾ ਮਿਟਦੀ ਹੈ ਪਰਾਲਬਧ ਦੇ ਉੱਤੇ ਸ਼ਾਕਰ ਹੋ ਕੇ। ਸੰਪੈ ਕਾਰਨ ਈਸ਼ਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈਏ। ਕਾਹੇ ਰੇ ਮਨ ਚਿਤਵੈ ਉਦਮ ਜਾ ਆਹਾਰ ਹਰ ਜਿਉ ਪਰਿਆ, ਸੈਲ ਪੱਥਰ ਮੇ ਜੰਤ ਉਪਾਏ, ਤਾਂ ਕਾ ਰਿਜ਼ਕ ਆਗੇ ਕਰ ਤਰਿਆ। दमड़ा तिसी का जो खर्चे और खाए, देवे दलावे रजाए खदाए, होता ना राखे अकेला ना खाए। कहन लगे पैसा गुजरान होया करता है, कमाउण ना कोई बुरी बात नहीं, लेकिन ਉਹਦੇ 'ਚ फस जाना बुरी बात होया करती है। सो इस तरह ਦੇ ਨਾਲ ਸੰਸਾਰ ਜਿਹੜਾ ਅੱਖੜ ਪੜ ਪੜ ਭੁੱਲੀ ਹੈ, ਭੇਖੀ ਬਹੁਤ ਅਭਮਾਨ, ਤੀਰਥ ਨਾਤਾ ਕਿਆ ਕਰੇ, ਮਨ ਮਹਿ ਮਹਿਲ ਗੁਮਾਨ। ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ।
ਘਰ ਘਰ ਪੜ ਪੜ ਪੰਡਤ ਥਕੇ, ਸਿੱਧ ਸਾਧਕ ਲਿਵ ਲਾਏ। ਇਹ ਮਨ ਵਸ ਨ ਆਵੇ, ਥਕੇ ਕਰਮ ਕਮਾਏ। ਘਰ ਘਰ ਪੜ ਪੜ ਪੰਡਤ ਥਕੇ, ਸਿੱਧ ਸਮਾਧ ਲਗਾਏ। ਇਹ ਮਨ ਵਸ ਨ ਆਵੇ, ਥਕੇ ਕਰਮ ਕਮਾਏ। ਸੋ ਇਸ ਤਰ੍ਹਾਂ ਦੇ ਨਾਲ ਮਨ ਵਸ ਨਹੀਂ ਆਇਆ ਕਰਦਾ। ਬੜੇ ਬੜੇ ਵਾਸ਼ਨਾਵਾਂ ਦੇ ਵਿੱਚ ਫਸੇ ਹੋਏ। ਸਾਧ ਸੰਗਤ ਜੀ, ਵਾਸ਼ਨਾ ਕਿੰਨਾ ਡੂੰਘਾ ਅਸਰ ਕਰਦੀ ਹੈ, ਜਰਾ ਇਹ ਵੀ ਧਿਆਨ ਦੇ ਨਾਲ ਸੁਣਨ ਵਾਲੀ ਬਾਤ ਹੈ। ਇੱਕ ਵਾਰੀ ਸ਼੍ਰੀ ਰਾਮਚੰਦਰ ਜੀ ਦਾ ਰੂਹਾਨੀ ਦਰਬਾਰ ਲੱਗਿਆ ਹੈ। ਵੱਡੇ ਵੱਡੇ ਮਹਾਂਪੁਰਸ਼ ਬੈਠੇ ਨੇ। ਵਿਸ਼ਿਸ਼ਟ ਵਿਸ਼ਵਾਮਿਤਰ ਆਦਿ ਗੁਰੂ ਮਹਾਰਾਜ ਨੇ ਵਿਸ਼ਿਸ਼ਟ ਜੀ ਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ, ਗੁਰਮੁਖ ਵਿਸ਼ਿਸ਼ਟ। ਸੋ ਇਹ ਮਹਾਮੁਨੀ ਬੈਠੇ ਧਾਰਮਿਕ ਵਿਚਾਰ ਕਰ ਰਹੇ ਨੇ ਤੇ ਆਤਮ ਵਿਚਾਰ ਹੋ ਰਹੀ ਹੈ। ਉਸ ਵੇਲੇ ਅਚਾਨਕ ਸ਼੍ਰੀ ਰਾਮਚੰਦਰ ਜੀ ਤਾਲੀ ਮਾਰ ਕੇ ਉੱਚੇ ਉੱਚੇ ਹੱਸ ਪਏ। ਤਾਂ ਉਸ ਵੇਲੇ ਵਿਸ਼ਿਸ਼ਟ ਜੀ ਨੇ ਦੇਖਿਆ ਕਿ ਸ਼੍ਰੀ ਰਾਮਚੰਦਰ ਜੀ ਕਿਉਂ ਹੱਸਦੇ ਨੇ। ਇਹਨਾਂ ਦੇ ਹੱਸਣ ਦਾ ਜ਼ਰੂਰ ਕੋਈ ਪ੍ਰਯੋਜਨ ਹੈ। ਬਿਨਾਂ ਪ੍ਰਯੋਜਨ, ਬਿਨਾਂ ਮਤਲਬ ਕਦੇ ਵੀ ਸ਼੍ਰੀ ਰਾਮ ਜੀ ਵਰਗੇ 14 ਕਲਾ ਸੰਪੂਰਨ ਅਵਤਾਰ ਐਵੇਂ ਨਹੀਂ ਹੱਸਦੇ। ਤੇ ਆਪ ਨੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਇਹ ਤਾਂ ਦੱਸੋ ਵੀ ਆਪ ਕਿਉਂ ਹੱਸੇ। ਕਹਿਣ ਲੱਗੇ, ਮੁਨੀ ਰਾਜ, ਰਿਸ਼ੀ ਰਾਜ, ਅਸੀਂ ਵੈਸੇ ਹੀ ਹੱਸੇ। ਕਹਿੰਦੇ, ਨਹੀਂ ਮਹਾਰਾਜ, ਆਪ ਵੈਸੇ ਨਹੀਂ ਹੱਸ ਸਕਦੇ। ਆਪ ਦਾ ਹੱਸਣਾ ਐਸਾ ਨਹੀਂ ਹੈ ਕਿ ਸਧਾਰਨ ਹਾਸਾ ਹੈ। ਆਪਨੇ ਤਾਲੀ ਮਾਰੀ ਹੈ ਤੇ ਖਿਲਖਿਲਾ ਕੇ ਹੱਸਿਆ। ਆਪ ਹੁਣ ਪਰਦਾ ਨਾ ਪਾਓ, ਸਹੀ ਸਹੀ ਗੱਲ ਆਪ ਕਿਰਪਾ ਕਰਕੇ ਸਮਝਾਓ। ਕਹਿਣ ਲੱਗੇ, ਵਿਸ਼ਿਸ਼ਟ ਜੀ, ਤੁਸੀਂ ਤਾਂ ਤ੍ਰਿਕਾਲਦਰਸ਼ੀ ਹੋ, ਸਭ ਕੁਝ ਦੇਖ ਸਕਦੇ ਹੋ। ਤੁਹਾਡੇ 'ਚ ਸੱਤਿਆ ਹੈ, ਤਾਕਤ ਹੈ, ਗੁਪਤ ਬਾਤ ਨੂੰ ਤੁਸੀਂ ਦੇਖਣ ਜਾਣਦੇ। ਕਹਿੰਦੇ, ਨਹੀਂ ਮਹਾਰਾਜ, ਸਾਰੀ ਸਭਾ ਨੂੰ ਗਿਆਨ ਹੋ। ਕਹਿਣ ਲੱਗੇ, ਅਸੀਂ ਆ ਕੀੜੇ ਨੂੰ ਦੇਖ ਕੇ ਹੱਸੇ। ਧਿਆਨ ਨਾਲ ਵਿਸ਼ਿਸ਼ਟ ਜੀ ਨੇ ਕੀੜਾ ਦੇਖਿਆ। ਕੀ ਦੇਖਦੇ ਨੇ? ਕੀੜੇ ਦੀਆਂ 2 ਲੱਤਾਂ ਪਿਛਲੀਆਂ ਹੈ ਨਹੀਂ, ਮੂਹਰਲੀਆਂ ਲੱਤਾਂ। ਪਿਛਲੇ ਪਾਸੇ ਉਹ ਟੁੰਡ ਜਿਹਾ ਹੈ, ਮੁਣਮੁਣਾ ਜਿਹਾ। ਇਹ ਕੰਧ 'ਤੇ ਚੜ੍ਹਨ ਦਾ ਯਤਨ ਕਰਦਾ ਹੈ, ਕਿਉਂਕਿ ਪਿਛਲੀਆਂ ਲੱਤਾਂ ਹੈ ਨਹੀਂ, ਬੈਲੈਂਸ ਰਹਿੰਦਾ ਨਹੀਂ, ਥੋੜ੍ਹਾ 2-4 ਗਿੱਠ ਚੜ੍ਹ ਕੇ ਹੇਠਾਂ ਗਿਰ ਜਾਂਦਾ। ਕਹਿੰਦੇ, ਇਹਨੂੰ ਦੇਖ ਕੇ ਹੱਸਿਆ। ਕਹਿੰਦੇ, ਮਹਾਰਾਜ, ਇਹਨੂੰ ਦੇਖ ਕੇ ਹੱਸਣ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਇਹ ਕੀੜੇ ਦੀਆਂ ਲੱਤਾਂ ਟੁੱਟੀਆਂ ਹੋਈਆਂ ਨੇ। ਇਹ ਕੰਧ 'ਤੇ ਚੜ੍ਹਦਾ ਹੈ ਤੇ ਚੜ੍ਹਨਾ ਇਸ ਨੂੰ ਮੁਸ਼ਕਿਲ ਹੈ। ਆਪ ਕਿਰਪਾ ਕਰਕੇ ਉਹ ਭੇਤ ਖੋਲ੍ਹੋ ਜਿਹਦੇ ਕਰਕੇ ਆਪ ਹੱਸਿਆ। ਕਹਿਣ ਲੱਗੇ, ਵਿਸ਼ਿਸ਼ਟ ਜੀ, ਅਸੀਂ ਐਂ ਹੱਸਿਆ ਕਿ ਵਾਸ਼ਨਾ ਕਿੰਨੀ ਡੂੰਘੀ ਆਦਮੀ ਦੇ ਸਰੀਰ ਵਿੱਚ ਉਤਰ ਜਾਂਦੀ, ਸੂਖਸ਼ਮ ਸਰੀਰ। ਕਹਿੰਦੇ, ਦੇਖੋ, ਇਹ ਕੀੜਾ ਇਹ 84 ਦੀ ਜੂਨੀਆਂ 'ਚ ਪੈਣ ਤੋਂ ਪਹਿਲਾਂ, ਇਹ ਚੱਕਰ ਤੋਂ ਪਹਿਲਾਂ ਸਵਰਗ ਲੋਕ ਦਾ ਇੰਦਰ ਰਾਜਾ ਸੀ। ਭੋਗਾਂ ਦੇ ਵਿੱਚ ਇਹਦੀ ਬਿਰਤੀ ਸੀ ਤੇ ਸਵਰਗ ਭੋਗ ਕੇ ਸੰਸਾਰ ਦੇ ਵਿੱਚ ਮਨੁੱਖ ਬਣਦਾ। ਉਸ ਵੇਲੇ ਮੂਰਖ ਨੇ ਮਨੁੱਖਾ ਜਨਮ ਗਵਾ ਲਿਆ ਤੇ ਹੇਠਾਂ ਨੂੰ ਚੱਲ ਪਿਆ। ਇਸ ਪੌੜੀ ਤੇ ਜੋ ਨਰ ਚੁੱਕੇ, ਆਏ ਜਾਏ ਦੁੱਖ ਪਾਏ। ਕਹਿੰਦੇ, ਹੁਣ 84 ਭੋਗਦਾ ਭੋਗਦਾ ਆ ਕੀੜੇ ਦੀ ਜੂਨੀ 'ਚ ਆਇਆ ਤੇ ਅਸੀਂ ਦੇਖਿਆ ਕਿ ਇਹਦੇ ਮਨ ਦੇ ਅੰਦਰ ਅਜੇ ਵੀ ਵਾਸ਼ਨਾ ਹੈ। ਤੇ ਕਹਿੰਦਾ ਕਿ ਮੈਂ ਕਦ 83,99,999 ਜੂਨੀਆਂ ਦਾ ਚੱਕਰ ਕੱਟਾਂ ਤੇ ਫੇਰ ਮਨੁੱਖ ਬਣਾ ਤੇ ਫੇਰ ਮੈਂ ਯੱਗ ਕਰਾਂ ਤੇ 101 ਨਿਰਵਿਘਨ ਯੱਗ ਕਰਕੇ ਉਹਦੇ ਫਲ ਦੇ ਨਾਲ ਮੈਂ ਇੰਦਰ ਦੇ ਰਾਜ ਦਾ ਅਧਿਕਾਰੀ ਹੋਵਾਂ। ਕਹਿੰਦੇ, ਉਹ ਭੋਗਾਂ ਦੀ ਵਾਸ਼ਨਾ ਇਸ ਦੇ ਮਨ ਵਿੱਚੋਂ ਨਹੀਂ ਜਾਂਦੀ। ਇਹ ਮੂਰਖ ਨੂੰ ਇਹ ਨਹੀਂ ਪਤਾ ਕਿ ਮਨੁੱਖ ਦਾ ਜਨਮ ਕਾਹਦੇ ਵਾਸਤੇ ਹੁੰਦਾ। ਇਸ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਵਿਰਥਾ ਜਾਤ ਰੰਗ ਮਾਇਆ ਕੈ। ਕਹਿਣ ਲੱਗੇ, ਇੰਨਾ ਅਣਜਾਣ ਹੈ ਕਿ ਇੰਦਰ ਵੀ ਬਣ ਗਿਆ। ਭੋਗ ਭੋਗੇ ਉਸ ਥਾਂ ਦੇ ਉੱਤੇ ਤੇ ਵਾਸ਼ਨਾ ਇੰਨੀ ਪ੍ਰਬਲ ਹੈ ਕਿ ਮਨੁੱਖ ਬਣ ਕੇ
ਉਹ ਕੰਮ ਨਹੀਂ ਕਰਨ ਦੀ ਸੋਚਦਾ ਜਿਹਦੇ ਕਰਨ ਦੇ ਕਰਕੇ ਮੁੜ ਕੇ ਦੁਨੀਆ 'ਚ ਨਹੀਂ ਪੈਂਦਾ। ਪਰਮ ਪਦਵੀ ਪ੍ਰਾਪਤ ਹੋ ਜਾਂਦੀ ਹੈ, ਨਿਸ਼ਚਲ ਮਨ ਪ੍ਰਾਪਤ ਹੋ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ, ਆਉਣੇ ਜਾਣੇ ਦੇ ਬੰਧਨ ਟੁੱਟ ਜਾਂਦੇ ਨੇ। ਕਿਉਂਕਿ ਆਉਂਦਾ ਕਾਹਦੇ ਨਾਲ ਹੈ? ਵਾਸ਼ਨਾ ਬੱਧਾ ਆਵੈ ਜਾਏ। ਵਾਸ਼ਨਾ ਦਾ ਬੱਧਿਆ ਹੋਇਆ ਜੀਵ ਆਉਂਦਾ, ਜੋ ਵਾਸ਼ਨਾ ਮਨ ਵਿੱਚ ਰਹਿ ਗਈ ਉਹਦੇ ਮੁਤਾਬਕ ਇਹ ਜੂਨੀ ਧਾਰਦਾ। ਗੁਰੂ ਮਹਾਰਾਜ ਬੰਦਾ ਬਹਾਦਰ ਦੇ ਪਾਸ ਜਿਸ ਵਕਤ ਜਾਂਦੇ ਨੇ ਮਾਧੋ ਦਾਸ ਬੈਰਾਗੀ ਦੇ, ਉਸ ਵੇਲੇ ਬੜਾ ਕੌਤਕ ਵਰਤਿਆ ਤੇ ਉਸ ਵੇਲੇ ਉਹ ਮਹਾਰਾਜ ਜੀ ਦਾ ਕਾਇਲ ਹੋ ਗਿਆ। ਤੇ ਮਹਾਰਾਜ ਜੀ ਨੇ ਸਹਿਜ ਸੁਭਾਅ ਪੁੱਛਿਆ ਕਿ ਮਾਧੋ ਦਾਸ ਤੇਰਾ ਗੁਰੂ ਕੀ ਕਰਦਾ ਹੈ, ਕਿੱਥੇ ਹੈ? ਕਹਿੰਦੇ ਮਹਾਰਾਜ ਮੇਰੇ ਗੁਰੂ ਦਾ ਨਾਮ ਯੋਗੀ ਅਗੜਨਾਥ ਹੈ ਤੇ ਉਹ ਤਾਂ ਬੈਕੁੰਠ ਧਾਮ ਦੇ ਵਿੱਚ ਨਿਵਾਸ ਕਰਦੇ ਆ। ਮਹਾਰਾਜ ਹੱਸ ਪਏ, ਮੁਸਕਰਾ ਪਏ, ਕਹਿਣ ਲੱਗੇ ਮਹਾਰਾਜ ਆਪ ਦਾ ਮੁਸਕਰਾਉਣਾ ਕਿਸੇ ਭੇਤ ਤੋਂ ਖਾਲੀ ਨਹੀਂ, ਆਪ ਕਿਰਪਾ ਕਰਕੇ ਗੱਲ ਸਪਸ਼ਟ ਕਰੋ। ਕਹਿੰਦੇ ਮਾਧੋ ਦਾਸ ਗੱਲ ਕਾਹਦੀ ਸਪਸ਼ਟ ਕਰਨੀ ਹੈ? ਤੇਰਾ ਗੁਰੂ ਤਾਂ ਉਹ ਜਿਹੜਾ ਸਾਹਮਣੇ ਬਿੱਲ ਲਟਕਦਾ ਉਹਦੇ 'ਚ ਕੀੜਾ ਬਣਿਆ ਪਿਆ। ਬਹੁਤ ਹੈਰਾਨ ਹੋ ਗਿਆ, ਹੁਣ ਤਾਂ ਨਾ ਇਹ ਕਹਿ ਸਕਦਾ ਵੀ ਇਹ ਗੱਲ ਗਲਤ ਹੈ। ਸੋਚਾਂ 'ਚ ਪੈ ਗਿਆ, ਕਹਿੰਦੇ ਕੀ ਸੋਚਦਾ ਹੈ? ਬਿੱਲ ਤੜਵਾ। ਬਿੱਲ ਤੜਾ ਲਿਆ ਤੇ ਉਸ ਵੇਲੇ ਮਹਾਰਾਜ ਕਹਿੰਦੇ ਤੋੜ ਇਸ ਨੂੰ। ਜਦ ਤੋੜਿਆ ਤਾਂ ਕੀੜਾ। ਕਹਿੰਦੇ ਆ ਕਰਦੇ ਮੱਥਾ ਟੇਕ ਲੈ, ਤੇਰਾ ਗੁਰੂ ਹੈ ਜਿਹਨੂੰ ਤੂੰ ਕਹਿਣਾ ਬੈਕੁੰਠ ਧਾਮ 'ਚ। ਕਹਿੰਦੇ ਮਹਾਰਾਜ ਕਿਰਪਾ ਕਰੋ, ਮੇਰੇ ਗੁਰੂ ਦਾ ਆਧਾਰ ਕਰੋ। ਮਹਾਰਾਜ ਨੇ ਦ੍ਰਿਸ਼ਟੀ ਕੀਤੀ, ਕੀ ਦੇਖਦੇ ਨੇ ਕਿ ਦੇਖਦੇ ਦੇਖਦੇ ਇੱਕ ਦਿਵ ਦੇ ਉਸ ਕੀੜੇ ਦੀ ਦੇਹ 'ਚੋਂ ਨਿਕਲਿਆ ਤੇ ਮਹਾਰਾਜ ਦੀ ਉਸਤਤ ਕਰਨ ਲੱਗੇ। ਉਸ ਵੇਲੇ ਮਾਧੋ ਦਾਸ ਨੇ ਕਿਹਾ ਕਿ ਹੇ ਗੁਰੂਦੇਵ, ਆਪ ਤਾਂ ਬੜੇ ਜਪ ਤਪ ਵਾਲੇ ਸੀ, ਇਹ ਕੀ ਭਾਣਾ ਵਰਤਿਆ ਕਿ ਆਪ ਇੱਕ ਕੀੜੇ ਦੀ ਜੂਨੀ ਚਲੇ ਗਏ? ਕਹਿੰਦੇ ਮਾਧੋ ਦਾਸ ਇਹ ਮੇਰੇ ਮਨ ਨੇ ਧੋਖਾ ਦੇ ਦਿੱਤਾ। ਸਾਰੀ ਜ਼ਿੰਦਗੀ ਮੈਂ ਸਾਂਭ ਰੱਖਿਆ ਤੇ ਜਿਸ ਵਕਤ ਮੇਰਾ ਅੰਤਲਾ ਸਮਾਂ ਆਇਆ ਉਸ ਵੇਲੇ ਅੰਤਲੇ ਸਵਾਸ ਦੇ ਉੱਤੇ ਮੇਰੀ ਨਿਗਾਹ ਪੈ ਗਈ ਉੱਪਰ ਬਿੱਲ ਦੇ ਅੰਦਰ ਤੇ ਮੇਰੇ ਮਨ ਦੇ ਅੰਦਰ ਵਾਸ਼ਨਾ ਇਸ ਨੂੰ ਖਾਣ ਦੀ ਜਾਗ ਪਈ ਤੇ ਉਹਦੇ ਨਾਲ ਕੀ ਹੋਇਆ ਕਿ ਮੈਂ ਮਰਨ ਤੋਂ ਬਾਅਦ ਇੱਥੇ ਕੀੜਾ ਹੀ ਬਣਦਾ ਹੋਣਾ। ਬਿੱਲ ਪੱਕ ਜਾਂਦੇ ਨੇ, ਫੇਰ ਲੱਗ ਜਾਂਦੇ ਨੇ, ਮੈਂ ਫੇਰ ਕੀੜਾ ਬਣ ਜਾਣਾ। ਤੂੰ ਚਰਨ ਫੜ ਲੈ, ਇਹ ਤਾਂ ਆਪ ਅਕਾਲ ਪੁਰਖ ਤੈਨੂੰ ਦਰਸ਼ਨ ਦੇਣ ਵਾਸਤੇ ਆ ਗਿਆ। ਬਣ ਜਾ ਇਹਨਾਂ ਦਾ ਮਰੀਦ, ਮੈਂ ਕੁਛ ਨਹੀਂ ਹਾਂ, ਮੇਰਾ ਵੀ ਆਧਾਰ ਇਹਨਾਂ ਨੇ ਕਰਿਆ। ਸੋ ਇਸ ਤਰ੍ਹਾਂ ਦੇ ਨਾਲ ਜੋ ਮਨ ਹੈ ਜਦ ਤੱਕ ਇਕਾਗਰ ਨਹੀਂ ਹੁੰਦਾ ਗੱਲ ਨਹੀਂ ਚੱਲਿਆ ਕਰਦੀ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਦੁਨਿਆਵੀ ਕੰਮਾਂ ਵੱਲ ਦੇਖੋ, ਇੱਕ ਬੰਦਾ ਰਾਈਫਲ ਲੈ ਕੇ ਚਾਂਦਮਾਰੀ ਕਰਨ ਵਾਸਤੇ ਫੌਜ ਦੇ ਵਿੱਚ ਜਾਂਦਾ, ਮੋਢੇ ਦੇ ਉੱਤੇ ਰਾਈਫਲ ਰੱਖ ਲੈਂਦਾ, ਨਿਸ਼ਾਨਾ ਸਿੱਧ ਲੈਂਦਾ, ਏਮ ਕਰ ਲੈਂਦਾ, ਟ੍ਰਿਗਰ 'ਚ ਉਂਗਲੀ ਪਾ ਲੈਂਦਾ, ਘੋੜੇ 'ਤੇ ਉਂਗਲ ਰੱਖ ਦਿੰਦਾ, ਮੂਰਲੇ ਹੱਥ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਰਾਈਫਲ ਸਾਂਭ ਲੈਂਦਾ। ਤੇ ਜਦੋਂ ਘੋੜਾ ਦਬਦਾ ਕੋਈ ਖਿਆਲ ਆ ਜਾਂਦਾ ਹੈ, ਖਿਆਲ ਆਉਣ ਦੇ ਨਾਲ ਰਾਈਫਲ ਹਿੱਲ ਜਾਂਦੀ ਹੈ ਕਿਉਂਕਿ ਧਿਆਨ ਉੱਕ ਗਿਆ ਤੇ ਉਸੇ ਵੇਲੇ ਚੰਦ ਵਿੱਚ ਨਹੀਂ ਲੱਗਦੀ, ਗੁਲਜ਼ਰੀ 'ਚ ਜਾ ਕੇ ਨਹੀਂ ਲੱਗਦੀ, ਆਊਟਰ ਲੱਗਦੀ। ਪੁੱਛਿਆ ਵੀ ਕੀ ਗੱਲ ਹੋ ਗਈ, ਸਾਰੀਆਂ ਗੋਲੀਆਂ ਤੇਰੀਆਂ ਵਿੱਚ ਲੱਗੀਆਂ? ਕਹਿੰਦਾ ਮੇਰਾ ਧਿਆਨ ਉੱਕ ਗਿਆ। ਇਸੇ ਤਰ੍ਹਾਂ ਦੇ ਨਾਲ ਜਿਸ ਵਕਤ ਦ੍ਰੋਪਦੀ ਦਾ ਸਵੰਬਰ ਸੀ ਉਸ ਵੇਲੇ ਸ਼ਰਤ ਇਹ ਸੀ ਕਿ ਜੋ ਆਦਮੀ ਕੜਾਹੇ ਵਿੱਚ ਦੇਖ ਕੇ ਉੱਪਰ ਘੁੰਮ ਰਹੀ ਮੱਛੀ ਦੀ ਅੱਖ ਬਿੰਨ ਦੇਵੇ ਉਹ ਉਸ ਨੂੰ ਬਣਾ ਇਹਦਾ ਦੋਲਾ ਦਿੱਤਾ ਜਾਏਗਾ। ਤੇ ਇਹ ਜੋ ਅਰਜਨ ਸੀ ਇਹ ਕਾਮਯਾਬ ਹੋ ਗਿਆ। ਤੇ ਇਹਨੂੰ ਪੁੱਛਿਆ ਵੀ ਤੂੰ ਕਿਵੇਂ ਕਾਮਯਾਬ ਹੋਇਆ? ਬਾਕੀ ਸਭ ਫੇਲ ਹੋਣ ਲੱਗੇ। ਕਹਿਣ ਲੱਗੇ ਜਦ ਮੈਂ ਕੜਾਹੇ 'ਤੇ ਖੜਿਆ ਹੇਠਾਂ ਦੇਖਿਆ ਤਾਂ ਉਸ ਵੇਲੇ ਮੈਂ ਭੁੱਲ ਗਿਆ ਕਿ ਕੋਈ ਮੇਰੇ ਆਲੇ ਦੁਆਲੇ ਬੰਦੇ ਵੀ ਨੇ, ਭੁੱਲ ਗਿਆ ਸਾਰੀਆਂ ਚੀਜ਼ਾਂ। ਤੇ ਮੈਨੂੰ ਯਾਦ ਕੀ ਰਿਹਾ? ਘੁੰਮਦੀ ਮੱਛੀ ਦੀ ਅੱਖ। ਤੇ ਉਸ ਦੀ ਅੱਖ ਤੇ ਜਾਂ ਮੇਰਾ ਤੀਰ ਕਮਾਨ ਹੈ ਤੇ ਜਾਂ ਮੈਂ ਆ, ਇਦੋਂ ਗਾਹਾਂ ਕੋਈ ਬਾਤ ਨਹੀਂ। ਤੇ ਫਿਰ ਮੈਂ ਸਿੰਨ ਕੇ ਜਦੋਂ ਬਾਣ ਮਾਰਿਆ ਤੇ ਉਹ ਮੱਛੀ ਦੇ ਅੱਖ ਦੇ ਵਿੱਚ ਜਾ ਕੇ ਲੱਗਿਆ ਤੇ ਅੱਖ ਬਿੰਨ ਦਿੱਤੀ। ਸੋ ਇਸ ਤਰ੍ਹਾਂ ਸੂਈ ਦੇ ਵਿੱਚ ਧਾਗਾ ਪਾਉਣਾ। ਆਦਮੀ ਦਾ ਮਨ ਇੱਧਰ ਉੱਧਰ ਫਿਰਦਾ ਹੈ, ਕੁਛ ਨਹੀਂ ਪਤਾ ਲੱਗਦਾ, ਪ੍ਰਸ਼ਾਦਾ ਛਕਣ ਲੱਗਦਾ। ਬੀਬੀ ਪੁੱਛਦੀ ਹੈ ਕਿ ਨਮਕ ਮਿਰਚ ਠੀਕ ਹੈ? ਕਹਿੰਦਾ ਮੈਂ ਹੁਣ ਦੱਸਦਾ ਅਗਲੀ ਬੁਰਕੀ, ਪਹਿਲਾਂ ਕਿਉਂ ਨਹੀਂ ਦੱਸਿਆ? ਕਹਿੰਦਾ ਮੇਰਾ ਮਨ ਕਿਤੇ ਘੁੰਮ ਰਿਹਾ ਸੀ। ਸੋ ਸਾਧ ਸੰਗਤ ਜੀ ਇਹ ਤਾਂ ਰੂਹਾਨੀ ਚੀਜ਼ ਹੈ।
ਜੋ ਹੱਦ ਤੋਂ ਜ਼ਿਆਦਾ ਕੀਮਤੀ ਹੈ, ਜੋ ਅੰਦਰੇ ਅੰਦਰ ਹੈ, ਇਹਨੂੰ ਸਮਝਣ ਵਾਸਤੇ ਤਾਂ ਮਨ ਦੀ ਇਕਾਗਰਤਾ ਦੀ ਲੋੜ ਹੋਇਆ ਕਰਦੀ ਹੈ। ਸੋ ਮਹਾਰਾਜ ਦਾ ਫਰਮਾਨ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸੋ ਅਗਲੀ ਵਿਚਾਰ ਇਸ ਤੇ ਅੱਗੇ ਕੀਤੇ ਜਾਏਗੀ। ਸੋ ਇੰਨਾ ਹੀ ਬਹੁਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।